सत श्री अकाल जी। तुसीं प्राइम एशिया टैलीविजन देख रहे हो दोस्तों। मैं हाँ स्वर्ण सिंह टैणा ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਸੋਹਣੀ ਧੁੱਪ ਸੀ। ਧੁੱਪ ਨੂੰ ਦੇਖ ਕੇ ਇਉਂ ਲੱਗਦਾ ਕਿ ਹੁਣ ਗਰਮੀਆਂ ਪੰਜਾਬ ਦੇ ਵਿੱਚ ਸ਼ੁਰੂ ਹੋ ਗਈਆਂ। ਬਸੰਤ ਪੰਚਮੀ ਦੇ ਨਾਲ ਵੈਸੇ ਵੀ ਇਹ ਗੱਲ ਜੁੜੀ ਆ ਕਿ ਆਈ ਬਸੰਤ ਤੇ ਪਾਲਾ ਉਡੰਤ। ਬਸੰਤ ਲੰਘੇ ਕੱਲ ਨਿਕਲ ਗਈ ਹੈ। ਇਸ ਕਰਕੇ ਹੁਣ ਅਸੀਂ ਗਰਮੀ ਦੇ ਵੱਲ ਲਗਾਤਾਰ ਵੱਧ ਰਹੇ ਹਾਂ। ਇਸੇ ਕਰਕੇ ਬਾਰਡਰ ਦੇ ਉੱਤੇ ਹੁਣ ਗਰਮੀ ਦੇ ਮੌਸਮ ਦੀਆਂ ਤਿਆਰੀਆਂ ਕਿਸਾਨਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ। ਉੱਥੇ ਟੈਂਟ ਆ ਜਿਹੜੇ ਉਹ ਦੋਹਰੇ ਲਾਏ ਜਾ ਰਹੇ ਆ। ਉੱਥੇ ਪਾਣੀ ਵਾਲੇ ਪੱਖਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ। ਉੱਥੇ ਸਮਰਸੀਬਲ ਮੋਟਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਉੱਥੇ ਬਾਕੀ ਆ ਜਿਹੜੇ ਹੁਣ ਲੀੜੇ ਲੱਤੇ ਦਾ ਪ੍ਰਬੰਧ ਵੀ ਉਹੋ ਜਿਹਾ ਕੀਤਾ ਜਾ ਰਿਹਾ ਜਿਵੇਂ ਸਿਆਲਾਂ ਦੇ ਵਿੱਚ ਰਜਾਈਆਂ ਦੀ, ਗਦੈਲਿਆਂ ਦੀ, ਉੱਥੇ ਕੰਬਲਾਂ ਦੀ, ਕੋਟੀਆਂ, ਸਵੈਟਰ ਤੇ ਜੁਰਾਬਾਂ, ਬੂਟਾਂ ਦੀ ਲੋੜ ਸੀ। ਉਸ ਤਰੀਕੇ ਦੇ ਨਾਲ ਹੁਣ ਨਵੇਂ ਸਿਰਿਓਂ ਮੰਜਿਆਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ। ਮਤਲਬ ਇਹ ਹੈ ਵੀ ਹੁਣ ਬਦਲਦੇ ਮੌਸਮ ਦੇ ਕਰਕੇ ਚਾਰੇ ਪਾਸੇ ਕਈ ਕੁਝ ਵੇਖਣ ਨੂੰ ਮਿਲੂਗਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 2 ਦਿਨ ਪੰਜਾਬ ਦੇ ਵਿੱਚ, ਹਰਿਆਣੇ ਤੇ ਦਿੱਲੀ ਦੇ ਵਿੱਚ ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ ਧੁੰਦ ਪੈਂਦੀ ਰਹਿਣੀ ਆ, ਕੋਰਾ ਪੈਂਦਾ ਰਹਿਣਾ, ਪਰ ਦਿਨ ਦੇ ਵੇਲੇ ਧੁੱਪ ਤਿੱਖੀ ਹੁੰਦੀ ਜਾਣੀ ਆ। ਲੰਘੇ ਕੱਲ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਪਾਰਾ ਜਿਹੜਾ ਉਹ 25 ਡਿਗਰੀ ਤੱਕ ਵੀ ਦਰਜ ਕੀਤਾ ਗਿਆ। ਆਉਂਦੇ 48 ਘੰਟੇ ਦੇ ਵਿੱਚ ਮੌਸਮ ਸਥਿਰ ਰਹਿਣ ਦੀ ਪੂਰੀ ਆਸ ਹੈ। ਹੁਣ ਜੇ ਪਹਿਲੀ ਵੱਡੀ ਖਬਰ ਵੱਲ ਜਾਣ ਤੋਂ ਪਹਿਲਾਂ ਦੀਪ ਸਿੱਧੂ ਦੀ ਗੱਲ ਕਰੀਏ ਤਾਂ 7 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੀਪ ਸਿੱਧੂ ਨੂੰ ਤੇ ਮਾਣਯੋਗ ਅਦਾਲਤ ਦੇ ਵੱਲੋਂ 7 ਦਿਨ ਦੇ ਹੋਰ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਦੀਪ ਸਿੱਧੂ ਨੂੰ। ਹੁਣ ਇਸ ਰਿਮਾਂਡ ਦੇ ਸਮੇਂ ਦੇ ਵਿੱਚ ਜਿਹੜਾ ਵਾਧਾ ਹੋਇਆ ਇਹਦੇ ਵਿੱਚ ਕੀ ਨਵੇਂ ਖੁਲਾਸੇ ਹੁੰਦੇ ਆ, ਕੀ ਨਵੀਂ ਗੱਲਬਾਤ ਸਾਹਮਣੇ ਆਉਂਦੀ ਹੈ, ਇਹ ਵਕਤ ਬਿਆਨ ਕਰੂਗਾ। ਪਰ ਇਸ ਵਕਤ ਜੋ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਉਹ ਮਹਿੰਗਾਈ ਦੇ ਨਾਲ ਸੰਬੰਧਿਤ ਹੈ। ਆਪਾਂ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਜਦੋਂ UPA ਦੀ ਸਰਕਾਰ ਸੀ, ਚੌਥੇ ਕੁ ਦਿਨ BJP ਦੇ ਨੇਤਾ ਗਲਾਂ ਦੇ ਵਿੱਚ ਪਾ ਕੇ ਗੰਢਿਆਂ ਦੇ ਹਾਰ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ अब तो हम मर गए, अब तो हम लुट गए, देश के लोगों का कचूमर निकल गया, अब तो रसोई पर सीधी मार पड़ गई। ਉਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਦੇਸ਼ ਦਾ ਮਹਿੰਗਾਈ ਦੇ ਨਾਲ ਕਚੂਮਰ ਕੱਢਤਾ। ਉਦੋਂ ਰਾਮਦੇਵ ਹੋਰੀ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜੇਕਰ ਬਦਲਵੀਂ ਸਰਕਾਰ ਆਵੇ, BJP ਦੀ ਸਰਕਾਰ ਆ ਜੇ, 35 ਤੋਂ ਲੈ ਕੇ 40 ਰੁਪਏ ਲੀਟਰ ਪੈਟਰੋਲ ਮਿਲੂਗਾ। ਪਰ ਅੱਜ ਉਹੀ ਪੈਟਰੋਲ ਗੰਗਾ ਨਗਰ ਦੇ ਵਿੱਚ 100 ਰੁਪਏ ਲੀਟਰ ਮਿਲ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਵੀ ਇਹੀ ਰੇਟ ਆ। ਮੁੰਬਈ ਦੇ ਵਿੱਚ 97 ਰੁਪਏ ਤੋਂ ਉੱਪਰ ਮਿਲ ਰਿਹਾ। ਤੇ ਮੈਂ ਕੱਲ੍ਹ ਹੀ ਪੈਟਰੋਲ ਪਵਾ ਕੇ ਲਿਆਇਆ ਮੋਟਰਸਾਈਕਲ ਦੇ ਵਿੱਚ 90 ਰੁਪਏ ਤੇ 30 ਪੈਸੇ ਪੰਜਾਬ ਦੇ ਵਿੱਚ ਵੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਮਿਲ ਰਿਹਾ। ਮਤਲਬ ਇਹ ਆ ਵੀ ਲੋਕਾਂ ਦਾ ਕਚੂਮਰ ਨਿਕਲਿਆ ਹੋਇਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਰਸੋਈ ਗੈਸ ਦੀਆਂ ਵੈਸੇ ਤਾਂ ਸਮੁੱਚੇ ਭਾਰਤ ਦੇ ਵਿੱਚ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਇਸ ਵਕਤ ਸਬਸਿਡੀ ਦੇ ਨਾਂ ਦੇ ਉੱਤੇ ਕੋਝਾ ਮਜ਼ਾਕ ਕੀਤਾ ਜਾ ਰਿਹਾ। ਜਿਹੜਾ ਸਿਲੰਡਰ ਪਹਿਲਾਂ 400 ਰੁਪਏ ਦਾ ਹੁੰਦਾ ਸੀ, UPA ਦੀ ਸਰਕਾਰ ਦੇ ਮੌਕੇ ਤੇ BJP ਦੇ ਆਗੂ ਕਹਿੰਦੇ ਹੁੰਦੇ ਸੀ कि ये तो गरीब की रसोई पर मार पड़ रही है, डॉक्टर मनमोहन सिंह की सरकार ने लूट लिया देश को, गरीब को खत्म कर दिया। हुण ਉਹੀ ਸਿਲੰਡਰ 800 ਰੁਪਏ ਤੋਂ ਉੱਤੇ ਮਿਲਦਾ ਤੇ ਹੁਣ BJP ਦੇ ਉਹ ਨੇਤਾ ਜਿਹੜੇ ਕਿ ਪਹਿਲਾਂ ਰੌਲਾ ਪਾਉਂਦੇ ਹੁੰਦੇ ਸੀ 7.5 ਸਾਲ ਪਹਿਲਾਂ, ਉਹ ਬਿਲਕੁਲ ਚੁੱਪ ਬੈਠੇ ਆ। ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਦੇਸ਼ ਦੇ ਲੋਕਾਂ ਨਾਲ ਮਹਿੰਗਾਈ ਕਰਕੇ ਕਚੂਮਰ ਨਿਕਲ ਰਿਹਾ ਤੇ ਦੇਸ਼ ਦੀ ਸਰਕਾਰ ਫਿਕਰ ਕਰ ਰਹੀ ਹੈ ਕਿ ਰਿਆਨਾ ਨੇ ਇੱਕ ਸਤਰ ਦਾ ਕਿਹੜੀ ਗੱਲੋਂ ਟਵੀਟ ਕੀਤਾ, ਇਹਦੇ ਪਿੱਛੇ ਕਿਹੜੀਆਂ ਤਾਕਤਾਂ ਜ਼ਿੰਮੇਵਾਰ ਹੈ। ਇਸ ਵਕਤ ਕਿਸਾਨ ਆ ਜਿਹੜੇ ਉਹ ਪ੍ਰਦਰਸ਼ਨ ਦੇ ਉੱਤੇ ਬੈਠੇ ਹੋਏ ਆ, ਅੰਦੋਲਨ ਦੇ ਵਿੱਚ ਬੈਠੇ ਹੋਏ ਆ। ਉਹਨਾਂ ਦੇ ਤਾਂ ਸੰਬੰਧ ਲੱਭੇ ਜਾ ਰਹੇ ਆ ਵੀ ਕਿਹੜੀ ਸੰਸਥਾ ਦੇ ਨਾਲ ਆ, ਕਿਹੜੀ ਜਥੇਬੰਦੀ ਨਾਲ ਜੁੜੇ ਹੋਏ ਆ। ਗ੍ਰੇਟਾ ਥਨਬਰਗ ਦੇ ਨਾਲ ਟੂਲ ਕਿੱਟ ਦਾ ਮਾਮਲਾ ਕਦੇ ਜੋੜ ਲਓ, ਕਦੇ ਕੋਈ ਕਦੇ ਕੋਈ, ਪਰ ਰਸੋਈ ਗੈਸ ਦੀ ਹਰ ਬੰਦੇ ਨੂੰ ਲੋੜ ਆ। ਇਹਦੇ ਬਾਬਤ ਕੋਈ ਗੱਲ ਨਹੀਂ ਕੀਤੀ ਜਾ ਰਹੀ। ਕੱਲ੍ਹ ਮੇਰੀ ਇੱਕ BJP ਦੇ ਨੇਤਾ ਦੇ ਨਾਲ ਗੱਲਬਾਤ ਹੋਈ। ਮੈਂ ਆਖਿਆ ਵੀ 100 ਰੁਪਈਆ ਲੀਟਰ ਭਾਰਤ ਦੇ ਵਿੱਚ ਪੈਟਰੋਲ ਹੋ ਗਿਆ ਯਾਰ, ਲੋਕਾਂ ਦਾ ਬਹੁਤ ਬੁਰਾ ਹਾਲ ਆ, ਕਚੂਮਰ ਨਿਕਲਿਆ ਪਿਆ। ਇਸ ਹਿਸਾਬ ਦੇ ਨਾਲ ਤਾਂ ਵਰਤਮਾਨ ਸਾਲ ਦੇ ਵਿੱਚ ਅਸੀਂ 125 ਰੁਪਈਆ ਲੀਟਰ ਨੂੰ ਵੀ ਪਾਰ ਕਰ ਜਾਵਾਂਗੇ। ਕਹਿੰਦਾ ਰਫੇਲ ਜਹਾਜ਼ ਫੇਰ ਹੀ ਆਉਂਦੇ ਆ। ਮੈਂ ਕਿਹਾ ਹੁਣ ਰਫੇਲ ਜਹਾਜ਼ ਲੈ ਕੇ ਅਸੀਂ ਰਸੋਈ 'ਚ ਵੜ ਜਾਈਏ, ਆਪਦੀ ਰਸੋਈ ਦੇ ਵਿੱਚ ਵੜ ਲਈਏ ਇਸ ਜਹਾਜ਼ ਨੂੰ। ਇਹ ਦੱਸੋ ਵੀ ਜਾਂ ਅਸੀਂ ਕੜਾਹੀ ਦੇ ਵਿੱਚ ਤੁੜਕਾ ਲਾਈਏ ਇਹਨੂੰ, ਜਾਂ ਅਸੀਂ ਕੁੱਕਰ ਦੇ ਵਿੱਚ ਪਾਈਏ ਇਹਨੂੰ। ਤੁਹਾਨੂੰ ਗੱਲ ਕੋਈ ਪੁੱਛਦੇ ਹਾਂ, ਤੁਸੀਂ ਗੱਲ ਦੱਸਦੇ ਕੋਈ ਹੋਰ ਆ ਅੱਗੋਂ। ਇਸ ਕਰਕੇ ਜ਼ਰੂਰਤ ਇਸ ਗੱਲ ਦੀ ਹੈ ਕਿ ਜੇਕਰ ਆਪਾਂ ਜਿਉਂਦੇ ਹਾਂ ਤੇ ਜੋ ਵੀ ਸਾਨੂੰ ਗਲਤ ਲੱਗਦਾ ਉਹਦੇ ਖਿਲਾਫ ਬੋਲਣਾ ਸਿੱਖੀਏ। ਜੇਕਰ ਸਾਨੂੰ ਮੁਫਤ ਦੇ ਵਿੱਚ ਚੀਜ਼ਾਂ ਮਿਲਦੀਆਂ ਜਾਂ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜੇ ਹੋਣ ਕਰਕੇ ਸਾਨੂੰ ਇਹ ਲੱਗਦਾ ਜੀ ਕਿ ਬਾਕੀਆਂ ਨਾਲੋਂ ਸਸਤੇ ਮੁੱਲ 'ਤੇ ਚੀਜ਼ਾਂ ਮਿਲਦੀਆਂ, ਫਿਰ ਤਾਂ ਚਲੋ ਮੰਨਿਆ। ਪਰ ਜੇਕਰ ਤੁਸੀਂ ਵੀ ਸਾਰੇ ਮਹਿੰਗਾਈ ਦੀ ਚੱਕੀ ਪਿਸ ਰਹੇ ਹੋ ਤਾਂ ਫਿਰ ਸਾਨੂੰ ਬੋਲਣਾ ਚਾਹੀਦਾ। ਮਹਿੰਗਾਈ ਨੇ ਲੋਕਾਂ ਦਾ ਜਲੂਸ ਕੱਢਿਆ ਪਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਵੀ ਕਿਵੇਂ ਕਿਵੇਂ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਪੈਟਰੋਲ ਤੇ ਡੀਜ਼ਲ ਦੇ ਭਾਅ ਨੂੰ ਲੱਗੀ ਹੋਈ ਅੱਗ ਰੁਕਣ ਦਾ ਨਾਂ ਨਹੀਂ ਲੈ ਰਹੀ। ਲਗਾਤਾਰ 8ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ। ਰਾਜਸਥਾਨ ਦੇ ਗੰਗਾਨਗਰ ਦੇ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਦੇ ਉੱਤੇ ਪਹੁੰਚ ਗਈ। ਇਹ ਦੇਸ਼ ਦੇ ਵਿੱਚ ਪੈਟਰੋਲ ਦਾ ਸਭ ਤੋਂ ਵੱਧ ਰੇਟ ਹੈ। ਦਿੱਲੀ ਦੇ ਵਿੱਚ ਪੈਟਰੋਲ 99 ਰੁਪਏ 29 ਪੈਸੇ ਪ੍ਰਤੀ ਲੀਟਰ ਤੇ ਮੁੰਬਈ ਦੇ ਵਿੱਚ 95 ਰੁਪਏ ਤੇ 75 ਪੈਸੇ ਪ੍ਰਤੀ ਲੀਟਰ ਤੱਕ ਪਹੁੰਚ ਗਿਆ। ਦਿੱਲੀ ਦੇ ਵਿੱਚ ਪੈਟਰੋਲ ਲੰਘੇ ਕੱਲ 30 ਪੈਸੇ ਤੇ ਡੀਜ਼ਲ ਦੇ ਵਿੱਚ 35 ਪੈਸੇ ਦਾ ਵਾਧਾ ਹੋਇਆ। ਫਰਵਰੀ ਦੇ ਵਿੱਚ ਹੁਣ ਤੱਕ ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ 10 ਵਾਰ ਵਾਧਾ ਹੋਇਆ। ਇਸ ਦੌਰਾਨ ਦਿੱਲੀ ਦੇ ਵਿੱਚ ਪੈਟਰੋਲ 2 ਰੁਪਏ 99 ਪੈਸੇ ਤੇ ਡੀਜ਼ਲ 3 ਰੁਪਏ ਤੇ 22 ਪੈਸੇ ਮਹਿੰਗਾ ਹੋਇਆ। ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ 10 ਵਾਰ ਭਾਅ ਵਧਿਆ ਸੀ। ਇਸ ਦੌਰਾਨ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 2 ਰੁਪਏ ਤੇ 59 ਪੈਸੇ ਤੇ ਡੀਜ਼ਲ ਦੇ ਵਿੱਚ 2 ਰੁਪਏ 61 ਪੈਸੇ ਦਾ ਵਾਧਾ ਹੋਇਆ ਸੀ। ਜੇ 2021 ਯਾਨੀ ਕਿ ਚਾਲੂ ਵਰ੍ਹੇ ਦੇ ਪਹਿਲੇ ਡੇਢ ਮਹੀਨੇ ਦੀ ਹੀ ਗੱਲ ਕਰੀਏ ਤਾਂ ਹੁਣ ਤੱਕ ਪੈਟਰੋਲ 5 ਰੁਪਏ 58 ਪੈਸੇ ਤੇ ਡੀਜ਼ਲ 5 ਰੁਪਏ ਤੇ 93 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਿਆ ਹੈ। ਕੱਚੇ ਤੇਲ ਦੀਆਂ ਕੀਮਤਾਂ 13 ਮਹੀਨਿਆਂ ਦੇ ਵਿੱਚ ਸਭ ਤੋਂ ਉਤਲੇ ਪੱਧਰ ਦੇ ਉੱਤੇ ਪਹੁੰਚ ਗਈਆਂ ਨੇ। ਇਸ ਸਾਲ ਤੱਕ ਕੱਚਾ ਤੇਲ 21% ਤੱਕ ਮਹਿੰਗਾ ਹੋ ਗਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਘੱਟ ਹੋਣ, ਭਾਰਤ ਦੇ ਵਿੱਚ ਤਾਂ ਵੀ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ ਤੇ ਜੇਕਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤਾਂ ਵੱਧ ਜਾਣ ਤਾਂ ਵੀ ਇਹ ਲਗਾਤਾਰ ਵੱਧਦੀਆਂ ਹੀ ਨੇ। ਲੋਕਾਂ ਨੂੰ ਕਿਸੇ ਕਿਸਮ ਦੀ ਵੀ ਸਹੂਲਤ ਨਹੀਂ ਮਿਲਦੀ, ਕੋਈ ਰਿਆਇਤ ਨਹੀਂ ਮਿਲਦੀ। ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਦੇਸ਼ ਦੇ ਵਿੱਚ ਹੁਣ ਮਾਲ ਦੀ ਢੁਆਈ ਮਹਿੰਗੀ ਹੋ ਜਾਣੀ ਹੈ। ਇਸ ਦਾ ਅਸਰ ਹਰ ਤਰ੍ਹਾਂ ਦੇ ਸਮਾਨ ਦੇ ਉੱਤੇ ਪੈਣਾ ਤੇ ਮਹਿੰਗਾਈ ਦੀ ਚੱਕੀ ਦੇ ਵਿੱਚ ਲੋਕ ਪਿਸਣਗੇ। ਕੁਝ ਟਰਾਂਸਪੋਰਟਰਾਂ ਦਾ ਮੰਨਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਾਲ ਦੀ ਢੁਆਈ ਦਾ ਕਿਰਾਇਆ ਤੱਕ ਵਧਾ ਸਕਦੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹੁਣ ਜਦੋਂ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤਾਂ ਉਸ ਤੋਂ ਬਾਅਦ ਬੱਸਾਂ ਦੇ ਭਾੜੇ ਵੀ ਮਹਿੰਗੇ ਹੋ ਜਾਣੇ ਆ। ਉਸ ਤੋਂ ਬਾਅਦ ਰੇਲ ਗੱਡੀਆਂ ਦਾ ਭਾੜਾ ਵੀ ਮਹਿੰਗਾ ਹੋ ਜਾਣਾ। ਉਸ ਤੋਂ ਬਾਅਦ ਸਬਜ਼ੀਆਂ ਵੀ ਮਹਿੰਗੀਆਂ ਹੋਣੀਆਂ। ਉਸ ਤੋਂ ਬਾਅਦ ਦਾਲਾਂ ਵੀ ਮਹਿੰਗੀਆਂ ਹੋਣੀਆਂ। ਰਸੋਈ ਗੈਸ ਪਹਿਲਾਂ ਮਹਿੰਗੀ ਹੋ ਚੁੱਕੀ ਆ। ਖਾਣ ਵਾਲੇ ਤੇਲ ਮਹਿੰਗੇ ਹੋ ਜਾਣੇ ਆ। ਹਰ ਚੀਜ਼ ਦੀ ਕੀਮਤ ਦੇ ਵਿੱਚ ਵਾਧਾ ਹੋਣਾ ਕਿਉਂਕਿ ਤੇਲ ਦੇ ਨਾਲ ਹਰ ਚੀਜ਼ ਚੱਲਦੀ ਹੈ, ਹਰ ਗੱਡੀ ਚੱਲਦੀ ਹੈ। ਤੇ ਜਦੋਂ ਢੋਆ ਢਵਾਈ ਮਹਿੰਗੀ ਹੋ ਗਈ ਤੇ ਉਸ ਤੋਂ ਬਾਅਦ ਸਾਡੀ ਜੇਬ ਦੇ ਉੱਤੇ ਹਰ ਤਰੀਕੇ ਦਾ ਅਸਰ ਪੈਣਾ। ਸੋ ਇਸ ਵਕਤ ਜਿਹੜੀ ਸਰਕਾਰ ਇਹ ਗੱਲ ਕਹਿ ਰਹੀ ਹੈ ਜੀ ਕਿ ਦੇਸ਼ ਨੂੰ ਫਲਾਣੇ ਤੋਂ ਖਤਰਾ ਪੈਦਾ ਹੋਇਆ, ਦੇਸ਼ ਦਾ ਸਬੰਧ ਆ ਜਿਹੜਾ ਉਹਦੇ ਨਾਲ ਲੱਗ ਤੇ ਜੁੜ ਜੇ, ਇਹ ਤਾਂ ਜੀ ਫਲਾਣੀਆਂ ਏਜੰਸੀਆਂ ਤੇ ਫਲਾਣੀਆਂ ਜਥੇਬੰਦੀਆਂ ਇੱਦਾਂ ਕਰ ਰਹੀਆਂ, ਕਿਸਾਨ ਫਲਾਣੀ ਥਾਂ ਦੇ ਉੱਤੇ ਇੱਦਾਂ ਖੜੇ ਆ, ਇਹ ਤਾਂ ਜੀ ਬਿਠਾਏ ਗਏ ਹਨ, ਇਹ ਤਾਂ ਜੀ ਸਾਜ਼ਿਸ਼ੀ ਹਨ, ਇਹ ਤਾਂ ਫਲਾਂ ਹਨ, ਇਹ ਤਾਂ ਢੀਂਗ ਹਨ। ਇਹ ਗੱਲਾਂ ਕਰ ਕਰਕੇ ਕੇਂਦਰ ਦੀ ਸਰਕਾਰ ਅਸਲ ਮੁੱਦੇ ਤੋਂ ਧਿਆਨ ਭਟਕਾ ਰਹੀ ਜਾਪਦੀ ਹੈ। ਇੱਕ ਪਾਸੇ ਲੋਕਾਂ ਦਾ ਕਚੂਮਰ ਕੱਢਿਆ ਜਾ ਰਿਹਾ ਤੇ ਲੋਕ ਵੀ ਇਸ ਕਚੂਮਰ ਦੇ ਵਿੱਚ ਆਪ ਹੀ ਸਵਾਦ ਲਈ ਜਾਂਦੇ ਆ। ਮੈਨੂੰ ਨਹੀਂ ਲੱਗਦਾ ਕਿ ਦੇਸ਼ ਦੇ ਲੋਕਾਂ ਨੇ ਹੁਣ ਰੌਲਾ ਪਾਇਆ ਹੋਵੇ। ਮੈਂ ਨਹੀਂ ਕਿਤੇ ਦੇਖਿਆ ਵੀ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਹੇ ਆ, ਜਦ ਕਿ ਯੂਪੀਏ ਦੀ ਸਰਕਾਰ ਦੇ ਮੌਕੇ ਰੌਲਾ ਰੱਪਾ ਪਾਉਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਸੀ ਹੁੰਦੀ। ਅਸੀਂ ਇਹ ਨਹੀਂ ਕਹਿੰਦੇ ਵੀ ਕਾਂਗਰਸ ਦੀ ਸਰਕਾਰ ਨੇ ਬਹੁਤ ਚੰਗੇ ਕੰਮ ਕੀਤੇ, ਉਹਨਾਂ ਨੇ ਜਿਹੋ ਜਿਹੇ ਕੰਮ ਕੀਤੇ ਇਸੇ ਕਰਕੇ ਉਹ 55 ਸੀਟਾਂ ਦੇ ਉੱਤੇ ਸਿਮਟੇ ਬੈਠੇ ਆ। ਤੇ ਜਿਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਤਾਂ ਗਰੀਬਾਂ ਤੱਕ ਆਹ ਚੀਜ਼ ਵੀ ਪਹੁੰਚਾ ਦਿਆਂਗੇ, ਦੇਸ਼ ਦੇ ਵਿੱਚੋਂ ਮਹਿੰਗਾਈ ਖਤਮ ਕਰ ਦਿਆਂਗੇ। 7.5 ਸਾਲ ਪਹਿਲਾਂ ਕਿਹੜੀ ਚੀਜ਼ ਮਹਿੰਗੀ ਸੀ ਤੇ ਜਿਹੜੀ ਇਸ 7.5 ਸਾਲ ਦੇ ਸਮੇਂ ਦੇ ਵਿੱਚ ਵਰਤਮਾਨ ਸਰਕਾਰ ਨੇ ਸਸਤੀ ਕੀਤੀ ਹੈ। ਕਿਸੇ ਇੱਕ ਚੀਜ਼ ਦਾ ਨਾਂ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਦਾ ਭਗਤ ਹੋਵੇ ਉਹ ਇੱਥੇ ਨਸ਼ਰ ਕਰ ਸਕਦਾ, ਦੱਸ ਸਕਦਾ ਹੈ, ਪਰ ਕੋਈ ਬੋਲਦਾ ਨਹੀਂ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮਾਮਲੇ ਦੇ ਉੱਤੇ ਓਪੋਜੀਸ਼ਨ ਯਾਨੀ ਕਿ ਵਿਰੋਧੀ ਧਿਰ ਹੈ ਜਿਹੜੀ ਉਹ ਵੀ ਕੁੰਨੀ ਬਣ ਕੇ ਬੈਠੀ ਹੈ। ਉਧਰ ਵੀ ਬਿਲਕੁਲ ਕੋਮਾ ਵਾਲੀ ਸਥਿਤੀ ਬਣੀ ਪਈ ਹੈ। ਉਹ ਬਿਲਕੁਲ ਨਹੀਂ ਇਸ ਮਾਮਲੇ ਦੇ ਉੱਤੇ ਕੁਸਕਦੇ ਕਿ ਦੇਖੋ ਜੀ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਨਾਲ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ, ਲੋਕਾਂ ਦਾ ਕਚੂਮਰ ਨਿਕਲਿਆ ਪਿਆ। ਮਤਲਬ ਇਹ ਹੈ ਵੀ ਦੇਸ਼ ਦੇ ਲੋਕਾਂ ਨੂੰ ਇਹ ਤਾਂ ਦੱਸਿਆ ਜਾ ਰਿਹਾ ਵੀ ਪਾਕਿਸਤਾਨ ਨੂੰ ਅਸੀਂ ਕਿਵੇਂ ਡਰਾ ਰਹੇ ਹਾਂ। ਦੇਸ਼ ਦੇ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਅਸੀਂ ਜੀ ਚੀਨ ਦੇ ਫੌਜੀ ਆ ਜਿਹੜੇ ਉਹ ਕਿਵੇਂ ਡਰਾਏ ਹੋਏ ਆ। ਦੇਸ਼ ਦੇ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਬਾਹਰਲੇ ਲੋਕ ਜਿਹੜੇ ਕਿ ਟਵੀਟ ਕਰਦੇ ਆ ਉਹਨਾਂ ਨੂੰ ਭਾਜੜ ਕਿਵੇਂ ਪਾ ਦਿੰਦੇ ਹੁੰਦੇ ਆ। ਪਰ ਇਸ ਗੱਲ ਦੇ ਵੱਲ ਫਿਕਰ ਕੋਈ ਨਹੀਂ ਕਿ ਦੇਸ਼ ਦੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ, ਇੱਕ ਇੱਕ ਕੀਮਤੀ ਵੋਟ ਪਾਈ ਹੈ, ਉਹਨਾਂ ਲੋਕਾਂ ਦਾ ਕਸੂਰ ਕੀ ਹੈ, ਲੋੜ ਕਿਹੜੀ ਗੱਲ ਦੀ ਆ, ਦੱਸਿਆ ਕੁਝ ਹੋਰ ਜਾ ਰਿਹਾ, ਜ਼ਰੂਰਤਾਂ ਹੋਰ ਆ, ਜ਼ਰੂਰਤਾਂ ਦੱਸੀਆਂ ਕੁਝ ਹੋਰ ਜਾ ਰਹੀਆਂ। ਇਸ ਕਰਕੇ ਲੋਕ ਆ ਜਿਹੜੇ ਇਸ ਵਕਤ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਸ਼ਾਇਦ ਸੋਚਦੇ ਹੋਣਗੇ, ਪਰ ਫਿਰ ਗੱਲ ਆ ਕੇ ਉੱਥੇ ਮੁੱਕਦੀ ਹੈ ਜੋ ਅਸੀਂ ਬੀਜਿਆ ਉਹ ਅਸੀਂ ਵੱਢਦੇ ਹਾਂ। ਤੇ ਇਸ ਵਕਤ ਵੋਟਰਾਂ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਆ। ਕਿਸੇ ਵੀ ਪਾਰਟੀ ਦੇ ਅਸੀਂ ਹੱਕ ਦੇ ਵਿੱਚ ਨਹੀਂ, ਕਿਸੇ ਦੇ ਖਿਲਾਫ ਵੀ ਨਹੀਂ, ਪਰ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਹੁਣ ਤੇਲ ਦੀਆਂ ਕੀਮਤਾਂ ਦੇ ਵਿੱਚ ਪੂਰੇ ਭਾਰਤ 'ਚ ਵਾਧਾ ਹੋ ਗਿਆ, ਜੇਕਰ ਕੱਲ੍ਹ ਨੂੰ ਆਮ ਲੋਕ ਜਨਤਾ ਰੌਲਾ ਪਾਊਗੀ ਕਿ ਜੀ ਸਾਡਾ ਕਚੂਮਰ ਨਿਕਲ ਗਿਆ, ਸੂਬੇ ਦੀ ਸਰਕਾਰ ਨੇ, ਕਿਸੇ ਵੀ ਸੂਬੇ ਦੀ ਸਰਕਾਰ ਨੇ ਇਹ ਗੱਲ ਕਹਿ ਦੇਣੀ ਹੈ ਜੀ ਕਿ ਕੇਂਦਰ ਦੀ ਸਰਕਾਰ ਦਾ ਫਰਜ਼ ਬਣਦਾ ਟੈਕਸਾਂ ਦੇ ਵਿੱਚ ਕਟੌਤੀ ਕਰਨਾ, ਕਿਉਂਕਿ ਟੈਕਸਾਂ ਦੇ ਕਰਕੇ ਹੀ ਤੇਲ ਦੀ ਕੀਮਤ ਅਸਲ ਕੀਮਤ ਤੋਂ ਕਈ ਗੁਣਾ ਵੱਧ ਭਾਅ ਦੇ ਉੱਤੇ ਆਉਂਦੀ ਹੈ ਸਾਡੇ ਕੋਲ। ਤੇ ਕੇਂਦਰ ਦੀ ਸਰਕਾਰ ਨੇ ਕਹਿ ਦੇਣਾ ਕਿ ਜੇਕਰ ਤੁਹਾਨੂੰ ਆਪਣੇ ਸੂਬੇ ਦੇ ਲੋਕਾਂ ਨਾਲ ਇੰਨਾ ਫਿਕਰ ਹੈ ਤਾਂ ਸੂਬਾਈ ਸਰਕਾਰ ਆਪਣੇ
ਟੈਕਸਾਂ ਦੇ ਵਿੱਚ ਕਟੌਤੀ ਕਰ ਲਵੇ। ਉਹਨਾਂ ਨੇ ਗੱਲ ਇਹਨਾਂ ਤੇ ਸੁੱਟੀ ਜਾਣੀ ਹੈ, ਇਹਨਾਂ ਨੇ ਗੱਲ ਉਧਰ ਸੁੱਟੀ ਜਾਣੀ ਹੈ, ਤੇ ਲੋਕਾਂ ਦਾ ਹਾਲ ਉਹੀ ਰਹਿਣਾ ਜਿਹੜਾ ਕਿ ਇਸ ਵਕਤ ਹੈਗਾ। ਸੋ ਇਸ ਵਕਤ ਬਹੁਤ ਵੱਡੀ ਚੁਣੌਤੀ ਹੈ। ਇਸ ਵਕਤ ਗਰੀਬ ਲੋਕਾਂ ਦੇ ਉੱਤੇ, ਸਧਾਰਨ ਲੋਕਾਂ ਦੇ ਉੱਤੇ ਬਹੁਤ ਵੱਡੀ ਮਾਰ ਪੈ ਰਹੀ ਹੈ। ਜਦੋਂ ਕਰੋਨਾ ਮਹਾਮਾਰੀ ਦੇ ਕਰਕੇ ਕਾਰੋਬਾਰ ਠੱਪ ਹੋ ਗਏ ਹੋਣ, ਜਾਂ ਕਰੋਨਾ ਮਹਾਮਾਰੀ ਦੇ ਕਰਕੇ ਆਮਦਨ ਦੇ ਵਸੀਲਿਆਂ ਦੇ ਉੱਤੇ ਹਰ ਬੰਦੇ ਦੇ ਘੱਟ ਜਾਂ ਵੱਧ ਕੱਟ ਲੱਗਾ ਹੋਵੇ, ਉਸ ਵਕਤ ਮਹਿੰਗਾਈ ਰੋਕਣ ਦੀ ਥਾਂ ਦੇ ਉੱਤੇ ਮਹਿੰਗਾਈ ਦੇ ਵਿੱਚ ਇੰਨਾ ਕੁ ਵਾਧਾ ਹੋ ਰਿਹਾ ਵੀ ਆਮ ਲੋਕ ਤਰਾਹ ਕਰ ਰਹੇ ਆ। ਸ਼ਾਇਦ ਭਾਰਤ ਦੇ ਲੋਕ ਜਾਗਣ, ਸ਼ਾਇਦ ਭਾਰਤ ਦੇ ਲੋਕ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਦੇ ਕਹਿਣਾ ਸ਼ੁਰੂ ਕਰਨ। ਬਾਕੀ ਵਕਤ ਬਿਆਨ ਕਰੂਗਾ, ਪਰ ਫਿਲਹਾਲ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਨੇ ਸਭ ਨੂੰ ਫਿਕਰਾਂ ਦੇ ਵਿੱਚ ਜ਼ਰੂਰ ਪਾਇਆ ਹੋਇਆ। 2013 ਦੇ ਵਿੱਚ ਸਰਕਾਰ ਸੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ। ਬੀਜੇਪੀ ਦੇ ਆਗੂ ਜਦੋਂ ਵੀ ਇਹ ਗੱਲ ਕਹਿੰਦੇ ਆ ਕਿ ਤੁਸੀਂ ਹੁਣ ਵਾਰ-ਵਾਰ ਕਿਸਾਨ, ਖਾਸ ਕਰਕੇ ਪੰਜਾਬ ਦੇ ਕਿਸਾਨ ਖਾਸ ਕਰਕੇ ਇਹ ਗੱਲ ਕਹਿੰਦੇ ਆ ਵੀ ਖੇਤੀ ਕਾਨੂੰਨ ਬਹੁਤ ਮਾੜੇ ਆ, ਇਹ ਕਾਲੇ ਕਾਨੂੰਨ ਆ, ਇਹ ਰੱਦ ਕਰੋ। ਤੇ ਬੀਜੇਪੀ ਦੇ ਨੇਤਾ ਕਹਿੰਦੇ ਵੀ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ 2013 ਦੇ ਵਿੱਚ, ਇਹ ਤਾਂ ਪੰਜਾਬ ਦੀ ਸਰਕਾਰ ਦੇ ਵੱਲੋਂ ਪਾਸ ਕੀਤਾ ਗਿਆ। ਪਰ ਉਦੋਂ ਉਹ ਇਸ ਗੱਲ ਨੂੰ ਭੁੱਲ ਜਾਂਦੇ ਆ ਕਿ ਉਹਨਾਂ ਦੀ ਪਾਰਟੀ ਦੀ ਹੀ ਸਰਕਾਰ ਉਸ ਵਕਤ ਪੰਜਾਬ ਦੇ ਵਿੱਚ ਸੀਗੀ, ਯਾਨੀ ਕਿ 2013 ਦੇ ਵਿੱਚ ਉਦੋਂ ਗੱਠਜੋੜ ਦੀ ਸਰਕਾਰ ਸੀ। ਪਰ ਹੁਣ ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾ ਸਕਦਾ ਆਉਂਦੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ। ਇਹਦੇ ਬਾਬਤ ਸੰਕੇਤ ਦਿੱਤੇ ਹੈਗੇ ਸੁਨੀਲ ਜਾਖੜ ਹੋਰਾਂ ਨੇ। ਸੋ ਜਾਖੜ ਹੋਰਾਂ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਆ ਕਿ ਅਸੀਂ ਇਸ ਕੰਟਰੈਕਟ ਫਾਰਮਿੰਗ ਕਾਨੂੰਨ ਨੂੰ ਰੱਦ ਕਰਾਂਗੇ, ਅਸੀਂ ਇਹਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਰੇ ਗੱਲਬਾਤ ਕਰਾਂਗੇ, ਉਹਨਾਂ ਨੇ ਸੰਕੇਤ ਦੇ ਦਿੱਤਾ। ਪਰ ਉੱਦਾਂ ਇੱਕ ਗੱਲ ਇਹ ਦੱਸਣੀ ਬਣਦੀ ਹੈ ਵੀ ਇਸ ਵਕਤ ਪੰਜਾਬ ਦੇ ਕਿਸਾਨਾਂ ਨੂੰ ਦਰਕਿਨਾਰ ਕਰਕੇ ਕੇਂਦਰ ਦੀ ਸਰਕਾਰ ਦੀ ਇੱਛਾ ਇਹ ਆ ਵੀ ਜਿਹੜੇ ਦੋ ਸੂਬਿਆਂ ਦੇ ਵਿੱਚ ਸਾਡੀਆਂ ਸਰਕਾਰਾਂ, ਹਰਿਆਣਾ ਤੇ ਯੂਪੀ ਦੇ ਵਿੱਚ, ਉੱਥੋਂ ਦੇ ਕਿਸਾਨ ਆਗੂਆਂ ਦੇ ਨਾਲ ਅਸੀਂ ਗਿੱਟ-ਬਿੱਟ ਕਰਕੇ ਤੇ ਕਿਸਾਨ ਅੰਦੋਲਨ ਦੇ ਬਾਬਤ ਕੋਈ ਨਾ ਕੋਈ ਵੱਡਾ ਫੈਸਲਾ ਕਰੀਏ, ਕੋਈ ਨਾ ਕੋਈ ਮੋੜ ਘਟਾਈਏ। ਪੰਜਾਬ ਦੇ ਕਿਸਾਨ ਆਗੂ ਲਗਾਤਾਰ ਇਹ ਗੱਲ ਕਹਿੰਦੇ ਆ ਵੀ ਅਸੀਂ ਡਟੇ ਹੋਏ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਗਰਮੀ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ। ਇੱਕ ਬੜੀ ਮਹੱਤਵਪੂਰਨ ਜਾਣਕਾਰੀ ਹੋਰ ਹੈ ਵੀ ਮਹਾਂ ਪੰਚਾਇਤਾਂ ਜਿਹੜੀਆਂ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਸੀ, ਪਹਿਲੀ ਮਹਾਂ ਪੰਚਾਇਤ ਹੋਈ ਸੀ ਪਿਛਲੇ ਦਿਨ ਜਗਰਾਓਂ ਦੀ ਦਾਣਾ ਮੰਡੀ ਦੇ ਵਿੱਚ, ਅਗਲੀ ਦੀ ਮਾਨਸਾ ਦੇ ਵਿੱਚ ਰੁਲਦੂ ਸਿੰਘ ਮਾਨਸਾ ਤੇ ਬਾਕੀ ਆਗੂ ਤਿਆਰੀ ਕਰ ਰਹੇ ਸੀਗੇ। ਇਹਨਾਂ ਮਹਾਂ ਪੰਚਾਇਤਾਂ ਨੂੰ ਕਰਾਉਣ ਦੇ ਉੱਤੇ ਇੱਕ ਵਾਰ ਫੁੱਲ ਸਟਾਪ ਲੱਗ ਗਿਆ, ਰੋਕ ਲਾ ਦਿੱਤੀ ਗਈ ਹੈ। ਪੰਜਾਬ ਦੇ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਵੀ ਪੰਜਾਬ ਦੇ ਵਿੱਚ ਮਹਾਂ ਪੰਚਾਇਤਾਂ ਫਿਲਹਾਲ ਰੋਕ ਦਿੱਤੀਆਂ ਗਈਆਂ। ਉਹਦਾ ਕਾਰਨ ਇਹ ਦੱਸਿਆ ਗਿਆ ਵੀ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਤੇ ਕਿਸਾਨ ਬੈਠੇ ਹੋਏ ਆ, ਬੀਜੇਪੀ ਦੇ ਆਗੂਆਂ ਦਾ ਘਿਰਾਓ ਲਗਾਤਾਰ ਕਰ ਰਹੇ ਆ, ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਮੂਹਰੇ ਕਿਸਾਨ ਬੈਠੇ ਆ। ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਲੋੜ ਨਹੀਂ ਮਹਿਸੂਸ ਹੋ ਰਹੀ ਕਿ ਪੰਜਾਬ ਦੇ ਵਿੱਚ ਅਸੀਂ ਇਸ ਵਕਤ ਮਹਾਂ ਪੰਚਾਇਤਾਂ ਕਰੀਏ। ਅਗਲੀ ਗੱਲ ਇਹ ਕਹੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ 18 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮੀ, ਯਾਨੀ ਕਿ 4 ਘੰਟੇ ਦੇ ਲਈ ਰੇਲ ਰੋਕੋ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਅਸੀਂ ਪੂਰੇ ਭਾਰਤ ਭਰ ਦੇ ਵਿੱਚ ਅਪੀਲ ਕਰ ਰਹੇ ਹਾਂ। ਕਿਸਾਨਾਂ ਨੂੰ ਬੇਨਤੀ ਹੈ ਕਿ ਸ਼ਾਂਤਮਈ ਤਰੀਕੇ ਨਾਲ ਰੇਲਾਂ ਰੋਕੀਆਂ ਜਾਣ। ਹੁਣ ਸਾਰੇ ਲੋਕ ਇਹ ਗੱਲ ਸੋਚਦੇ ਆ ਵੀ ਕਿਸਾਨ ਅੰਦੋਲਨ ਦਾ ਬਣੂਗਾ ਕੀ। ਹਾਲ ਦੀ ਘੜੀ ਭੰਬਲ ਭੂਸੇ ਵਾਲੀ ਸਥਿਤੀ ਹੈ, ਕਿਸਾਨਾਂ ਦੇ ਹੌਸਲੇ ਬੁਲੰਦ ਹੈ। ਕੇਂਦਰ ਦੀ ਸਰਕਾਰ ਦੇ ਵੱਲੋਂ ਮੀਟਿੰਗ ਵਾਸਤੇ ਸਮਾਂ ਨਹੀਂ ਦਿੱਤਾ ਜਾ ਰਿਹਾ, ਪਰ ਕਿਸਾਨ ਇਹ ਗੱਲ ਕਹਿੰਦੇ ਆ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਅਸੀਂ ਵਾਪਸ ਜਾਵਾਂਗੇ। ਵੱਡੀ ਗਿਣਤੀ ਦੇ ਵਿੱਚ ਲੋਕ ਲੱਖੇ ਸਿਧਾਣੇ ਦੇ ਬਾਬਤ ਵੀ ਸਵਾਲ ਕਰਦੇ ਆ। ਇਹੀ ਸਵਾਲ ਪੱਤਰਕਾਰਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਪੁੱਛਿਆ। ਉਹਨਾਂ ਨੂੰ ਇਹ ਗੱਲ ਪੁੱਛੀ ਹੈ ਕਿ ਕੀ ਤੁਸੀਂ ਲੱਖੇ ਸਿਧਾਣੇ ਦੇ ਨਾਲ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਕਿਸੇ ਵੀ ਵਿਅਕਤੀ ਦੇ ਨਾਲ ਜਿਹੜਾ ਕਿ ਕਿਸਾਨ ਅੰਦੋਲਨ ਦੇ ਨਾਲ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਜੁੜਿਆ, ਜਿਹਦੇ ਨਾਲ ਵੀ ਪੁਲਿਸ ਦੇ ਵੱਲੋਂ ਵਧੀਕੀ ਕੀਤੀ ਗਈ ਹੈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਉਹਦੇ ਹੱਕ ਦੇ ਵਿੱਚ ਹੈਗਾ। ਪੱਤਰਕਾਰਾਂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਲੱਖੇ ਸਿਧਾਣੇ ਦੇ ਮੁਤਲਕ ਖੁੱਲ੍ਹ ਕੇ ਕਿਉਂ ਨਹੀਂ ਬੋਲਦੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 25 ਤਰੀਕ ਦੀ ਰਾਤ ਨੂੰ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੇ ਲੱਖਾ ਸਿਧਾਣਾ, ਦੀਪ ਸਿੱਧੂ ਤੇ ਕਈ ਹੋਰ ਜਿਹੜੇ ਨੇਤਾ ਉਹ ਬੋਲੇ ਸੀਗੇ, ਉਸ ਤੋਂ ਪਹਿਲਾਂ ਸਾਡੀ ਲੱਖੇ ਸਿਧਾਣੇ ਦੇ ਨਾਲ ਮੀਟਿੰਗ ਹੋਈ ਸੀ। ਡੱਲੇਵਾਲ ਦਾ ਇਹ ਕਹਿਣਾ ਕਿ ਉਸ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਲੱਖਾ ਸਿਧਾਣਾ ਨੇ ਕਿ ਆਪਾਂ ਨੂੰ ਨਵੇਂ ਪ੍ਰੋਗਰਾਮ ਯੂਥ ਦੇ ਮੱਦੇਨਜ਼ਰ ਉਲੀਕਣੇ ਚਾਹੀਦੇ ਆ। ਤੇ ਅਸੀਂ ਇਹ ਗੱਲ ਕਹੀ ਸੀ ਕਿ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ, ਅਸੀਂ ਤੁਹਾਡੀ ਗੱਲ ਦੇ ਉੱਤੇ ਵਿਚਾਰ ਕਰਾਂਗੇ, ਪਰ ਤੁਸੀਂ ਯੂਥ ਨੂੰ ਇਹ ਗੱਲ ਕਹੋ ਕਿ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਸਾਰਾ ਕੁਝ ਕਰਨਾ। ਫਿਰ ਡੱਲੇਵਾਲ ਹੋਰਾਂ ਨੇ ਗੱਲ ਕਹੀ ਹੈ ਵੀ ਸਾਨੂੰ ਪਤਾ ਲੱਗਾ ਜੀ ਕਿ ਸਟੇਜ ਦੇ ਉੱਤੇ ਕਬਜ਼ਾ ਕੀਤਾ ਗਿਆ, ਸਟੇਜ ਦੇ ਉੱਤੇ ਆ ਕੇ ਭੜਕੀਲੀਆਂ ਗੱਲਾਂ ਕੀਤੀਆਂ ਜਾ ਰਹੀਆਂ 26 ਤਰੀਕ ਦੇ ਮੁਤਲਕ। ਡੱਲੇਵਾਲ ਨੇ ਕਿਹਾ ਜੀ ਕਿ ਮੈਂ ਲੱਖੇ ਸਿਧਾਣੇ ਨੂੰ ਫੋਨ ਕੀਤਾ,
ਵੀ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਜੀ ਕਿ ਉੱਥੇ ਇੱਦਾਂ ਦਾ ਹੁੜਦੰਗ ਮਚ ਰਿਹਾ, ਇੱਦਾਂ ਦੀਆਂ ਗੱਲਾਂ ਹੋ ਰਹੀਆਂ, ਤੁਸੀਂ ਜਾ ਕੇ ਮਾਹੌਲ ਨੂੰ ਸਾਂਭੋ, ਮੌਕੇ ਨੂੰ ਸਾਂਭੋ। ਤੇ ਲੱਖੇ ਨੇ ਇਹ ਗੱਲ ਕਹੀ ਸੀ ਕਿ ਮੈਂ ਰੋਟੀ ਖਾ ਰਿਹਾ, ਪ੍ਰਸ਼ਾਦਾ ਛਕ ਰਿਹਾ, ਹੁਣੇ ਚੱਲਿਆ। ਪਰ ਬਾਅਦ ਦੇ ਵਿੱਚ ਆਈਆਂ ਹੋਈਆਂ ਵੀਡੀਓ ਦੇ ਮੁਤਾਬਕ, ਡੱਲੇਵਾਲ ਦੇ ਕਹਿਣ ਮੁਤਾਬਕ, ਲੱਖੇ ਸਿਧਾਣੇ ਦੇ ਵੱਲੋਂ ਨੌਜਵਾਨਾਂ ਨੂੰ ਕਾਬੂ ਕਰਨ ਦੇ ਵਿੱਚ ਅਸਮਰੱਥਾ ਦਿਖਾਈ ਗਈ, ਜਾਂ ਉਹ ਉਸ ਤਰੀਕੇ ਦੇ ਨਾਲ ਕੰਟਰੋਲ ਦੇ ਵਿੱਚ ਯੂਥ ਨੂੰ ਨਹੀਂ ਕਰ ਸਕੇ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਲੱਖੇ ਸਿਧਾਣੇ ਦੇ ਪ੍ਰਤੀ ਕੋਈ ਮਾੜੀ ਸੋਚ ਨਹੀਂ ਰੱਖਦੇ। ਉਹ ਵੀ ਪੰਜਾਬ ਦਾ ਪੁੱਤ ਆ, ਉਹ ਵੀ ਭਾਰਤ ਦਾ ਨਾਗਰਿਕ ਆ, ਉਹ ਵੀ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ। ਸੋ ਸਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਨਹੀਂ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿੰਨੇ ਵੀ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਨੇ, ਜਾਂ ਜਿਹੜੇ ਵੀ ਨੌਜਵਾਨਾਂ ਦੇ ਉੱਤੇ ਦਿੱਲੀ ਦੀ ਪੁਲਿਸ ਦੇ ਵੱਲੋਂ ਅਤਿਆਚਾਰ ਕੀਤਾ ਗਿਆ, ਅਸੀਂ ਉਹਨਾਂ ਸਾਰੇ ਹੀ ਨੌਜਵਾਨਾਂ, ਉਹਨਾਂ ਸਾਰੇ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ। ਉਹਨਾਂ ਦੀ ਰਿਹਾਈ ਦੇ ਲਈ ਅਸੀਂ ਯਤਨ ਕਰਾਂਗੇ। ਦੂਜੇ ਪਾਸੇ ਇਹ ਵੀ ਦੱਸਣਾ ਬਣਦਾ ਕਿ ਲੰਘੇ ਕੱਲ੍ਹ ਕਿਸਾਨ ਲਹਿਰ ਦੇ ਮਸੀਹਾ ਸਰ ਛੋਟੂ ਰਾਮ ਦੀ ਜਯੰਤੀ ਮਨਾਈ ਗਈ ਪੂਰੇ ਭਾਰਤ ਦੇ ਵਿੱਚ। ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸਰ ਛੋਟੂ ਰਾਮ ਨੂੰ ਚੇਤੇ ਕਰਦਿਆਂ ਕਿਹਾ ਕਿ ਛੋਟੂ ਰਾਮ ਨੇ ਆਪਣੀ ਮਿਹਨਤ ਤੇ ਲਗਨ ਦੇ ਬਲਬੂਤੇ ਕਿਸਾਨ ਭਾਈਚਾਰੇ ਨੂੰ ਯੋਗ ਅਗਵਾਈ ਦਿੰਦਿਆਂ ਅੰਗਰੇਜ਼ ਹਕੂਮਤ ਤੋਂ ਕਿਸਾਨ ਹਿੱਤਾਂ ਦੇ ਲਈ 22 ਕਾਨੂੰਨ ਪਾਸ ਕਰਵਾਏ ਤੇ ਉਹਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਦੇ ਵਿੱਚੋਂ ਛੁਡਵਾਇਆ। ਦੇਸ਼ ਭਰ ਦੇ ਕਿਸਾਨ ਹੁਣ ਵੀ ਸੰਘਰਸ਼ ਦੇ ਰਾਹ ਦੇ ਉੱਤੇ ਨੇ, ਜਿਨ੍ਹਾਂ ਵਾਸਤੇ ਸਰ ਛੋਟੂ ਰਾਮ ਪ੍ਰੇਰਨਾ ਸਰੋਤ ਨੇ। ਹਰਿਆਣਾ ਦੇ ਕਿਸਾਨ ਆਗੂਆਂ ਨੇ ਕਿਸਾਨ ਵਿਰੋਧੀ ਬਿਆਨ ਦੇਣ ਵਾਲੇ ਮੰਤਰੀਆਂ JP ਦਲਾਲ ਤੇ ਅਨਿਲ ਵਿਜ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਸੰਬੰਧੀ ਹਰਿਆਣੇ ਦੀਆਂ ਕੁਝ ਪੰਚਾਇਤਾਂ ਵੱਲੋਂ ਮਤੇ ਵੀ ਪਾਸ ਕੀਤੇ ਗਏ ਤੇ ਮੁੱਖ ਮੰਤਰੀ ਤੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤੇ ਗਏ ਨੇ। ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਕਿਹਾ ਕਿ ਮਹਿੰਗਾਈ ਵਧਣ ਦੇ ਬਾਵਜੂਦ ਗੰਨੇ ਦੀਆਂ ਕੀਮਤਾਂ ਉੱਥੇ ਹੀ ਖੜੀਆਂ ਨੇ। ਇਕੱਲੇ ਯੂਪੀ ਦੇ ਵਿੱਚ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਲਗਭਗ 12,000 ਕਰੋੜ ਰੁਪਏ ਦਾ ਹੈ। ਯੂਪੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਸਭ ਦੇ ਸਾਹਮਣੇ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਹੜੇ ਕੇਂਦਰ ਦੇ ਮੰਤਰੀ ਆ ਉਹ ਤਾਂ ਕਿਸਾਨਾਂ ਬਾਰੇ ਜਿਹੋ ਜਿਹੀ ਸੋਚ ਰੱਖਦੇ ਆ ਆਪਾਂ ਨੂੰ ਪਤਾ ਹੀ ਆ। ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਮੀਟਿੰਗ ਦੇ ਵਿੱਚ ਹੋਰ ਗੱਲ ਕਹੀ, ਪਾਰਲੀਮੈਂਟ ਦੇ ਵਿੱਚ ਹੋਰ ਗੱਲ ਕਹੀ, ਪੱਤਰਕਾਰਾਂ ਦੇ ਮੂਹਰੇ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਕਰਦੇ ਆ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਹਰਿਆਣੇ ਦੇ ਵਿੱਚ BJP ਦੀ ਸਰਕਾਰ ਹੈ, ਉੱਥੇ ਵੀ 2 ਵੱਡੇ ਮੰਤਰੀਆਂ ਦੇ ਵੱਲੋਂ, 2 ਚਿਹਰਿਆਂ ਦੇ ਵੱਲੋਂ, ਅਨਿਲ ਵਿਜ ਦੇ ਵੱਲੋਂ ਤੇ JP ਦਲਾਲ ਜਿਹੜੇ ਕਿ ਉੱਥੋਂ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਆ, ਉਹਨਾਂ ਨੇ ਕਿਸਾਨਾਂ ਦੇ ਜ਼ਖਮਾਂ ਨੂੰ ਕੁਰੇਦਣ ਦਾ ਜਿਵੇਂ ਕੰਮ ਕੀਤਾ, ਉਹਨੂੰ ਚਾਰੇ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਦੋਹਾਂ ਮੰਤਰੀਆਂ ਨੂੰ। ਕਿਉਂਕਿ JP ਦਲਾਲ ਨੇ ਇਹ ਗੱਲ ਕਹਿਤੀ ਸੀ ਵੀ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਹੋਣ ਤੇ ਉੱਥੇ 150-200 ਬੰਦਾ ਮਰ ਵੀ ਜਾਂਦਾ ਹੁੰਦਾ। ਕਿਸਾਨ ਸਵੈ ਇੱਛਾ ਨਾਲ ਮਰ ਰਹੇ ਆ, ਇਹਨਾਂ ਨੂੰ ਕਿਹੜਾ ਉੱਥੇ ਬਹਿਣ ਵਾਸਤੇ ਆਖਿਆ ਸੀ। ਬਾਅਦ ਦੇ ਵਿੱਚ ਉਹ ਬੇਸ਼ੱਕ ਆਪਣੇ ਬਿਆਨ ਤੋਂ ਪਲਟ ਗਏ, ਕਹਿੰਦੇ ਜੀ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਪਰ ਕਿਸਾਨਾਂ ਦੇ ਅੰਦਰ ਗੁੱਸੇ ਦੀ ਲਹਿਰ ਪ੍ਰਚੰਡ ਹੈ। ਇਵੇਂ ਹੀ ਅਨਿਲ ਵਿਜ ਨੇ ਇਹ ਗੱਲ ਕਹੀ ਵੀ ਦਿਸ਼ਾ ਰਵੀ ਨਾਂ ਦੀ 21 ਸਾਲਾਂ ਦੀ ਵਾਤਾਵਰਨ ਕਾਰਕੁਨ ਨੂੰ ਜਿਹੜਾ ਗ੍ਰਿਫਤਾਰ ਕੀਤਾ ਬੰਗਲੌਰ ਤੋਂ ਦਿੱਲੀ ਦੀ ਪੁਲਿਸ ਨੇ, ਇਹ ਗੱਲ ਕਹਿ ਕੇ ਵੀ ਟੂਲ ਕਿੱਟ ਦੇ ਮਾਮਲੇ ਦੇ ਵਿੱਚ ਇਹਦਾ ਵੀ ਯੋਗਦਾਨ ਹੈ। 2 ਹੋਰਨਾਂ ਨੂੰ ਗ੍ਰਿਫਤਾਰੀ ਦੀ ਤਿਆਰੀ ਹੈਗੀ ਹੈ। ਤੇ ਇਸ ਮਾਮਲੇ ਤੇ ਅਨਿਲ ਵਿਜ ਨੇ ਕਿਹਾ ਸੀ ਕਿ ਦੇਸ਼ ਦਾ ਵਿਰੋਧ ਕਰਨ ਵਾਲਿਆਂ ਦਾ ਬੀਜ ਹੀ ਨਾਸ਼ ਕਰ ਦੇਣਾ ਚਾਹੀਦਾ, ਭਾਵੇਂ ਦਿਸ਼ਾ ਰਵੀ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ। ਇਹਨਾਂ ਬਿਆਨਾਂ ਦੇ ਕਰਕੇ ਇਹਨਾਂ ਮੰਤਰੀਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਤੇ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਇਹ ਅਸੀਂ ਹੋਰ ਵੀ ਕਰਾਂਗੇ। ਉਸ ਤੋਂ ਅਗਲੀ ਗੱਲ ਇਹ ਹੈ ਕਿ ਲੱਖੇ ਸਿਧਾਣੇ ਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਇਸ ਵਕਤ ਗੱਲਾਂ ਚੱਲ ਰਹੀਆਂ। ਵੱਖ-ਵੱਖ ਥਾਵਾਂ ਦੇ ਉੱਤੇ ਲੱਖੇ ਸਿਧਾਣੇ ਦੇ ਮੁਤਲਕ ਚਰਚਾ ਵੀ ਛਿੜਦੀ ਹੈ। ਲੱਖੇ ਸਿਧਾਣੇ ਦੇ ਹੱਕ ਦੇ ਵਿੱਚ ਫੇਸਬੁੱਕ ਤੇ ਪੋਸਟਾਂ ਵੀ ਪੈ ਰਹੀਆਂ ਤੇ ਲੱਖੇ ਸਿਧਾਣੇ ਦੇ ਬਾਬਤ ਇਹ ਵੀ ਖਬਰਾਂ ਆਈਆਂ ਸੀ ਕਿ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਪਰ ਇਹ ਸਾਰੀਆਂ ਖਬਰਾਂ ਝੂਠੀਆਂ। ਹਾਲੇ ਤੱਕ ਕੋਈ ਇਸ ਮਾਮਲੇ ਦੀ ਪੁਸ਼ਟੀ ਨਹੀਂ ਹੋਈ। ਖਬਰਾਂ ਇਹ ਸੀ ਕਿ ਸਿੰਘੂ ਬਾਰਡਰ ਦੇ ਉੱਤੇ ਰਸੋਈ ਢਾਬੇ ਦੇ ਕੋਲੋਂ ਦਿੱਲੀ ਦੀ ਪੁਲਿਸ ਨੇ ਲੱਖੇ ਨੂੰ ਗ੍ਰਿਫਤਾਰ ਕੀਤਾ, ਕਿਉਂਕਿ ਉਹਦੇ ਉੱਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ, ਉਹਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ ਇਨਾਮ ਦੇਵਾਂਗੇ। ਪਰ ਲੱਖੇ ਦੇ ਮੁਤਲਕ ਡੱਲੇਵਾਲ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਵੀ ਅਸੀਂ ਤਾਂ ਮੀਟਿੰਗ ਵੀ ਕਰ ਲਈ ਸੀ, ਅਸੀਂ ਨਾਲ ਵੀ ਲੈ ਕੇ ਚੱਲਣ ਦੀ ਰਾਜ਼ੀ ਸੀ, ਅਸੀਂ ਚਾਹੁੰਦੇ ਸੀ ਵੀ ਯੂਥ ਦੀ ਅਗਵਾਈ ਜੇਕਰ ਕਰਦੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਪਰ 25 ਤਰੀਕ ਦੀ ਰਾਤ ਨੂੰ ਉਹਨਾਂ ਨੇ ਯੂਥ ਨੂੰ ਕਾਬੂ ਨਹੀਂ ਕੀਤਾ ਜਾਂ ਕਾਬੂ ਕਰਨ ਦੇ ਵਿੱਚ ਅਸਮਰੱਥ ਹੋ ਗਏ ਤੇ 26 ਤਰੀਕ ਨੂੰ ਜੋ ਕੁਝ ਭਾਣਾ ਵਾਪਰ ਗਿਆ ਉਸ ਤੋਂ ਬਾਅਦ ਸਭ ਦੇ ਸਾਰਾ ਕੁਝ ਸਾਹਮਣੇ ਹੀ ਆ। ਉਹਨਾਂ ਨੇ ਇਹ ਗੱਲ ਕਹੀ ਹੈ, ਡੱਲੇਵਾਲ ਨੇ ਇਹ ਗੱਲ ਕਹੀ ਹੈ ਜੀ ਕਿ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਸਾਡੀ ਕੋਈ ਦੁਸ਼ਮਣੀ ਨਹੀਂ ਲੱਖੇ ਦੇ ਨਾਲ, ਅਸੀਂ ਉਹਨਾਂ ਦੇ ਨਾਲ ਆ। ਅਸੀਂ ਇਹ ਚਾਹੁੰਦੇ ਆ ਕਿ ਸਾਰੇ ਹੀ ਕਿਸਾਨਾਂ ਦੇ ਨਾਲ, ਸਾਰੇ ਹੀ ਨੌਜਵਾਨਾਂ ਦੇ ਨਾਲ ਜਿਹੜੀ ਦਿੱਲੀ ਦੀ ਪੁਲਿਸ ਧੱਕਾ ਕਰ ਰਹੀ ਹੈ ਉਹਨਾਂ ਦੀ ਰਿਹਾਈ ਵੀ ਹੋਵੇ, ਪਰਚੇ ਵੀ ਰੱਦ ਹੋਣ। ਸਾਨੂੰ ਕੋਈ ਇਤਰਾਜ਼ ਨਹੀਂ, ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਵੈਰ ਵਿਰੋਧ ਦੀ ਭਾਵਨਾ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਆਖਰੀ ਅੰਤਲਾ ਫੈਸਲਾ, ਸਮੂਹਕ ਤੌਰ ਦੇ ਉੱਤੇ ਫੈਸਲਾ ਉਹਨੇ ਹੀ ਕਰਨਾ ਹੁੰਦਾ, ਮੈਂ ਇਕੱਲੇ ਨੇ ਨਹੀਂ। ਜਿਵੇਂ ਕਿ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਕਿ ਕਿਸਾਨ ਅੰਦੋਲਨ ਦੇ ਮੂਹਰੇ ਵੀ ਨਵੀਆਂ ਚੁਣੌਤੀਆਂ ਤੇ ਕਿਸਾਨਾਂ ਦੇ ਵੱਲੋਂ ਵੀ ਸਰਕਾਰ ਦੇ ਮੂਹਰੇ ਵੱਡੀਆਂ ਚੁਣੌਤੀਆਂ ਖੜੀਆਂ ਕੀਤੀਆਂ ਗਈਆਂ ਤੇ ਕੀਤੀਆਂ ਵੀ ਜਾਣਗੀਆਂ। ਗਰਮੀ ਦਾ ਮੌਸਮ ਹੁਣ ਲਗਭਗ ਸ਼ੁਰੂ ਹੋ ਚੁੱਕਿਆ। ਜੇ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ, ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਮੀਂਹ ਨਾ ਪਿਆ ਤਾਂ ਠੰਡ ਗਈ, ਤੇ ਜੇਕਰ ਮੀਂਹ ਪੈ ਗਿਆ ਤਾਂ 4 ਦਿਨ ਹੋਰ ਠੰਡ ਵੱਧ ਜਾਊਗੀ। ਜਾਪਦਾ ਇਹੀ ਆ, ਪ੍ਰਤੀਤ ਇਹੀ ਹੁੰਦਾ। ਪਰ ਹੁਣ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਜਿਹੜੀਆਂ ਕਿਸਾਨਾਂ ਵੱਲੋਂ ਅਗਾਊਂ ਤਿਆਰੀਆਂ ਕੀਤੀਆਂ ਜਾ ਰਹੀਆਂ, ਕਿਉਂਕਿ ਜੇਕਰ ਇਹ ਮੋਰਚਾ ਲੰਮਾ ਚੱਲਦਾ ਤਾਂ ਇਹਦੇ ਵਿੱਚ ਪੈਸੇ ਦੀ ਲੋੜ ਵੀ ਹੈ,
ਇਹਦੇ ਵਿੱਚ ਸਹੂਲਤਾਂ ਦੀ ਲੋੜ ਵੀ ਹੈ, ਦਾਨੀ ਸੱਜਣਾ ਦੀ ਜ਼ਰੂਰਤ ਵੀ ਹੈ, ਲੰਗਰ ਵੀ ਲਾਉਣ ਦੀ ਜ਼ਰੂਰਤ ਹੈਗੀ ਆ, ਜਿਹੜੇ ਕਿ ਹੁਣ ਵੀ ਚੱਲ ਰਹੇ ਆ। ਪਰ ਆਮ ਨਾਲੋਂ, ਸਰਦੀਆਂ ਦੇ ਨਾਲੋਂ, ਸਿਆਲਾਂ ਨਾਲੋਂ ਵੱਖਰੇ ਤਰ੍ਹਾਂ ਦੀਆਂ ਸਹੂਲਤਾਂ ਇੱਥੇ ਚਾਹੀਦੀਆਂ ਹੋਣਗੀਆਂ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨ ਅੰਦੋਲਨ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਲਈ ਪਹਿਲੇ ਦਿਨ ਤੋਂ ਹੀ ਹਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਪ੍ਰਦਰਸ਼ਨਕਾਰੀਆਂ ਨੂੰ ਸਿਆਲਾਂ ਦੇ ਵਿੱਚ ਠੰਡ ਤੋਂ ਬਚਣ ਦੇ ਲਈ ਕੰਬਲ ਆ ਦਿੱਤੇ ਗਏ ਸਨ। ਹੁਣ ਮੌਸਮ ਕਰਵਟ ਲੈਣ ਲੱਗ ਪਿਆ। ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧੇਗੀ, ਜਿਹਦੇ ਕਰਕੇ ਹੁਣੇ ਤੋਂ ਪ੍ਰਬੰਧ ਸ਼ੁਰੂ ਕੀਤੇ ਗਏ ਨੇ। ਯੂਪੀ ਗੇਟ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਗਰਮੀ ਨਾਲ ਨਜਿੱਠਣ ਵਾਸਤੇ ਕਿਸਾਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੂਲਰ ਮੰਗਵਾਏ ਜਾ ਰਹੇ ਨੇ। ਕਿਸਾਨ ਬਿਜਲੀ ਪ੍ਰਣਾਲੀ ਵਾਸਤੇ ਆਰਜ਼ੀ ਕੁਨੈਕਸ਼ਨਾਂ ਦੇ ਲਈ ਬਿਜਲੀ ਨਿਗਮ ਨੂੰ ਦਰਖਾਸਤਾਂ ਦੇਣਗੇ। ਜੇ ਬਿਜਲੀ ਵਿਭਾਗ ਕੁਨੈਕਸ਼ਨ ਨਹੀਂ ਦਿੰਦਾ ਤਾਂ ਕਿਸਾਨ ਅੰਦੋਲਨ ਵਾਲੀ ਥਾਂ ਦੇ ਉੱਤੇ ਜਨਰੇਟਰਾਂ ਦਾ ਪ੍ਰਬੰਧ ਕਰਨਗੇ। ਅੰਦੋਲਨ ਵਾਲੀ ਥਾਂ ਦੇ ਉੱਤੇ ਹਰੇਕ ਕੈਂਪ ਦੇ ਵਿੱਚ ਕੂਲਰ ਮੁਹੱਈਆ ਕਰਵਾਏ ਜਾਣਗੇ। ਕੂਲਰਾਂ ਦੇ ਆਰਡਰ ਦਿੱਤੇ ਜਾ ਚੁੱਕੇ ਨੇ। ਬਿਜਲੀ ਨਿਗਮ ਨੂੰ ਅੰਦੋਲਨ ਵਾਲੀ ਜਗ੍ਹਾ ਦੇ ਉੱਤੇ 100 ਕਿਲੋਵਾਟ ਦਾ ਆਰਜ਼ੀ ਕੁਨੈਕਸ਼ਨ ਦੇਣ ਵਾਸਤੇ ਕਿਹਾ ਜਾਵੇਗਾ ਤੇ ਬਿਜਲੀ ਪਾਣੀ ਦਾ ਖਰਚਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਆਪਣੇ ਵੱਲੋਂ ਕੀਤਾ ਜਾਵੇਗਾ, ਯਾਨੀ ਕਿ ਭੁਗਤਾਨ ਕਰਨ ਦੀ ਗੱਲ ਕੀਤੀ ਗਈ ਹੈ। ਇਸ ਖਬਰ ਦੇ ਉੱਤੇ ਸੰਖੇਪ ਦੇ ਵਿੱਚ ਟਿੱਪਣੀ ਕਰਦੇ ਦੋਸਤੋ ਅਸੀਂ ਗੱਲ ਕਹਾਂਗੇ ਕਿ ਇਸ ਵਕਤ ਗਰਮੀ ਦੇ ਮੱਦੇਨਜ਼ਰ ਬਿਮਾਰੀਆਂ ਵੀ ਫੈਲਣ ਦਾ ਡਰ ਹੈ। ਇਸ ਕਰਕੇ ਦਵਾਈਆਂ ਦੀ ਜ਼ਰੂਰਤ ਵੀ ਪੈਣੀ ਹੈ, ਡਾਕਟਰਾਂ ਦੀ ਵੀ, ਮੈਡੀਕਲ ਕੈਂਪਾਂ ਦੀ ਲੋੜ ਵੀ ਪੈਣੀ ਹੈ। ਉਸ ਵਕਤ ਉੱਥੇ ਬਣਾਈਨਾਂ ਦੀ ਲੋੜ ਵੀ ਪੈਣੀ ਹੈ, ਉੱਥੇ ਚੱਪਲਾਂ ਦੀ ਲੋੜ ਵੀ ਪੈਣੀ ਆ, ਮੰਜਿਆਂ ਦੀ ਲੋੜ ਵੀ ਪੈਣੀ ਆ, ਕੂਲਰਾਂ ਦੀ ਲੋੜ ਵੀ ਪੈਣੀ ਆ, ਪਾਣੀ ਦੀ ਵੀ ਵੱਧ ਲੋੜ ਪੈਣੀ ਆ, ਬਰਫ਼ ਦੀ ਵੀ ਲੋੜ ਪੈਣੀ ਆ। ਹਰ ਤਰ੍ਹਾਂ ਦੀਆਂ ਸਹੂਲਤਾਂ ਉੱਥੇ ਚਾਹੀਦੀਆਂ ਹੋਣਗੀਆਂ। ਸੋ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਕਿਸਾਨ ਆਗੂ ਬਾਕੀ ਵੱਖ-ਵੱਖ ਦੁਨੀਆ ਦੇ ਵਿੱਚ ਬੈਠੇ ਲੋਕਾਂ ਨੂੰ, ਪੰਜਾਬ ਦੇ, ਭਾਰਤ ਦੇ ਲੋਕਾਂ ਨੂੰ ਸ਼ਾਇਦ, ਮੈਨੂੰ ਅੰਦਾਜ਼ਾ ਕਿ ਮਦਦ ਦੇ ਵਾਸਤੇ ਵੀ ਕਹਿਣ, ਕਿਉਂਕਿ ਹੁਣ ਤੱਕ ਇਹ ਗੱਲ ਚੱਲੀ ਸੀ ਕਿ ਮਦਦ ਦੀ ਲੋੜ ਨਹੀਂ। ਕਿਸਾਨ ਆਗੂਆਂ ਨੇ ਗੱਲ ਕਹੀ ਆ ਹਮੇਸ਼ਾ ਕਿ ਪੈਸੇ ਜਦੋਂ ਅਸੀਂ ਕਹੇ ਬੇਨਤੀ ਉਦੋਂ ਪ੍ਰਵਾਨ ਕਰਿਓ। ਹਾਲ ਦੀ ਘੜੀ ਕਈ ਲੋਕ ਅੰਦਰ ਖਾਤੇ ਕੁੰਡੀਆਂ ਲਾਈ ਜਾਂਦੇ ਆ, ਉਹ ਐਵੇਂ ਗੱਲ ਕਹਿ ਰਹੇ ਆ। ਸੋ ਵਕਤ ਦੱਸੂਗਾ ਆਉਂਦੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਮੋੜ ਕੀ ਕੱਟਦਾ, ਪਰ ਗਰਮੀਆਂ ਦੇ ਮੱਦੇਨਜ਼ਰ ਕਿਸਾਨਾਂ ਦੇ ਵੱਲੋਂ ਤਿਆਰੀਆਂ ਸਿਖਰ ਦੇ ਉੱਤੇ ਸ਼ੁਰੂ ਕਰ ਦਿੱਤੀਆਂ ਗਈਆਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।